सत श्री अकाल। पंजाब स्टार टीवी देखने वाले दर्शकों ਨੂੰ जी आया ਨੂੰ स्वागत करते हैं इंडिया न्यूज़ ਦੇ ਵਿੱਚ। सब तो पहला नज़र मारते हैं हैडलाइंस ਤੇ। पंजाब सरकार ने कारखाने लगाने ਲਈ पंचायती ਜ਼ਮੀਨਾਂ ਨੂੰ ਹੱਥ ਹੇਠ ਕਰਨ ਦੀ ਕਾਰਵਾਈ ਕੀਤੀ ਸ਼ੁਰੂ। ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਹੋਇਆ ਤਿੱਖਾ ਵਿਰੋਧ। पंजाब सरकार ने ਵਧਾਈ ਟੈਸਟਿੰਗ ਸਮਰੱਥਾ। 3 ਨਵੀਆਂ ਮਸ਼ੀਨਾਂ ਸਥਾਪਿਤ। 9000 ਟੈਸਟ ਕਰਨ ਦੀ ਵਧੇਗੀ ਸਮਰੱਥਾ। पंजाब विच खेतीबाड़ी के काम लई आने वाली लेबर का स्वागत पहला किया जाएगा। टेस्ट फिर काम करन दी मिलेगी आग्या। सेहत मंत्री बलबीर सिंह सिद्धू का बयान। साइक्लोन नाल बुरी तरह प्रभावित होया उड़ीसा और वेस्ट बंगाल लई प्रधानमंत्री ने ऐलानिया 1500 करोड़। ममता बनर्जी ने कहा एडवांस दे के गए हैं प्रधानमंत्री। 1 लाख करोड़ का होया नुकसान। हुण खबरां विस्तार नाल। पंजाब सरकार वालों इंडस्ट्रीयल पार्क बनाने के लिए पंचायती जमीनां एक्वायर कीतियां जा रही ने, जिसकी शुरुआत मुख्यमंत्री कैप्टन अमरिंदर सिंह के जद्दी जिले पटियाला तो की गई है। पिंड सहेरी के लोगों ने सरकार के इस कदम का सख्त विरोध किया। आम आदमी पार्टी भी सत्ता धिर के इस फैसले के विरुद्ध मैदान च कूद गई। विरोधी धिर के लीडर हरपाल चीमा ने कहा कि सरकार गरीब लोगों के हक से डाका मार रही है। जो पाकिस्तान हिंदुस्तान बनया सी उदों ही उधरों उजड़ के आए थे आके असीं इत्थे बहुत तंगियां कट्टियां। जंगल सन जमीनां सारियां असीं आबाद कीतियां सारियां। ते हुण वेखो गौरमेंट कब्जा करिए। गौरमेंट ने कदी नहीं सानूं उधरली जमीनां मिलियां नहीं। थोड़ियां काट कट के उधरली 8 की कीमत इधरली 100 रुपया कीमत। देखो मैनूं पता है इस चीज़ का। सारी मौत 15-20 साल है। देख लो किस तरह एक बजुर्ग ਜਿਹੜੇ 1947 ਦੀ ਵੰਡ ਦੇ ਵਿੱਚ ਪਾਕਿਸਤਾਨ ਤੋਂ ਆ ਕੇ ਪੰਜਾਬ ਬਸੇ ਔਰ ਇਹਨਾਂ ਨੂੰ ਉਦੋਂ ਵੀ ਜਿਹੜੇ ਇਹਨਾਂ ਨੇ ਧੱਕਾ ਹੋਇਆ ਉਦੋਂ ਵੀ ਇਹਨਾਂ ਨੂੰ ਘੱਟ ਜ਼ਮੀਨ ਦਿੱਤੀ ਗਈ ਔਰ ਉਦੋਂ ਵੀ ਜਿਹੜਾ ਹੈਗਾ ਇਹਨਾਂ ਦੇ ਪਰਿਵਾਰ ਵਿਛੜੇ ਉਸ ਦਾ ਦਰਦ ਕਿਸ ਤਰ੍ਹਾਂ ਬਜ਼ੁਰਗ ਜਿਹੜੇ ਬਿਆਨ ਕਰ ਰਹੇ ਨੇ। ਅੱਜ ਫੇਰ ਪੰਜਾਬ ਸਰਕਾਰ 1947 ਵਰਗੀ ਹਾਲਤ ਬਣਾਉਣਾ ਚਾਹੁੰਦੀ ਆ। ਪਹਿਲਾਂ ਇਹੀ ਅਟੈਂਪਟ ਜਿਹੜੀ ਆ ਪਹਿਲਾਂ ਇਹੀ ਕੋਸ਼ਿਸ਼ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ। ਉਦੋਂ ਡਟ ਕੇ ਇਸ ਇਲਾਕੇ ਨੇ ਵਿਰੋਧ ਕੀਤਾ और प्रकाश सिंह बादल ਨੂੰ ਜਿਹੜਾ ਹੈਗਾ ਪਿੱਛੇ ਮੁੜਨਾ ਪਿਆ। ਇਹ ਫੈਸਲਾ ਵਾਪਸ ਲੈਣਾ ਪਿਆ। ਪਰ ਲੇਕਿਨ ਅੱਜ ਅਫਸੋਸ ਦੀ ਗੱਲ ਆ ਉਹੀ ਕੰਮ ਕੈਪਟਨ ਸਾਹਿਬ ਕਰਨ ਲੱਗੇ। ਬਜ਼ੁਰਗਾਂ ਦਾ ਬਿਲਕੁਲ ਤਰਕ ਸਹੀ ਆ ਕਿ ਜੇਕਰ ਇੰਡਸਟਰੀ ਲਾਉਣੀ ਆ ਤਾਂ ਪਹਿਲਾਂ ਹੀ ਆਪਣੀਆਂ ਜ਼ਮੀਨਾਂ ਚਲਵਾ ਲੈਣ। ਪਰ ਜੇ ਕੋਈ ਇਹਨਾਂ ਨੇ ਨਵੀਂ ਡਿਵੈਲਪਮੈਂਟ ਕਰਨੀ ਆ ਪਹਿਲਾਂ ਆਪਣੀਆਂ ਜ਼ਮੀਨਾਂ ਅਕਵਾਇਰ ਕਰਾ ਲੈਣ। ਔਰ ਇਸ ਤੋਂ ਪਹਿਲਾਂ ਜਿਹੜੀਆਂ ਹੋਰ ਜ਼ਮੀਨਾਂ ਨੇ ਕਿ ਪੰਜਾਬ ਦੀਆਂ ਅਕਵਾਇਰ ਹੋਈਆਂ ਜਿਹੜੇ ਹੋਰ ਕਿਸਾਨਾਂ ਦੀ ਜ਼ਮੀਨ ਚਾਹੇ ਉਹ ਕਾਂਗਰਸ ਸਰਕਾਰ ਦੀ ਪਾਰਟੀ ਦੀ ਸਰਕਾਰ ਨੇ ਲਈ ਸੀਗੀ ਜਾਂ ਉਹ ਅਕਾਲੀ ਦਲ ਨੇ ਲਈ ਸੀ ਪਹਿਲਾਂ ਉਹਨਾਂ ਤੇ ਇੰਡਸਟਰੀ ਲਵਾ ਲਓ ਫਿਰ ਉਸ ਤੋਂ ਬਾਅਦ ਗੱਲ ਕਰ ਲਿਓ। ਇਹ ਲੋਕਾਂ ਦਾ ਰੋਜੀ ਰੋਟੀ ਦਾ ਸਾਧਨ ਆ। ਇੱਥੋਂ ਜਿਹੜੇ ਹਜ਼ਾਰਾਂ ਕਿਸਾਨ ਨੇ ਆਪਦਾ ਪਰਿਵਾਰ ਪਾਲ ਰਹੇ ਨੇ ਆਪਣੇ ਪਰਿਵਾਰ ਦਾ ਢਿੱਡ ਪਾਲ ਰਹੇ ਨੇ ਕਿ ਅੱਜ ਤੁਸੀਂ ਇਸ ਕਰੋਨਾ ਮਹਾਮਾਰੀ ਦੌਰਾਨ ਅੱਜ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾ ਕੇ ਇਹਨਾਂ ਨੂੰ ਜਿਹੜਾ ਹੈਗਾ ਬੇਘਰ ਕਰ ਰਹੇ ਹੋ। ਇਹ ਪਹਿਲਾਂ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ ਉਦੋਂ ਬਟਵਾਰੇ ਦਾ ਸ਼ਿਕਾਰ ਹੋ ਗਏ ਉਦੋਂ ਆਪਸੀ ਲੀਡਰਾਂ ਦੀ ਜਿਹੜੀ ਆ ਵੰਡ ਦਾ ਸ਼ਿਕਾਰ ਹੋ ਕੇ ਅੱਜ ਉਹੀ ਜਿਹੜਾ ਹੈਗਾ ਸੰਤਾਪ ਇਹਨਾਂ ਨੂੰ ਦੁਬਾਰਾ ਜਿਹੜਾ ਮੈਂ ਸਮਝਦਾ ਹਟਾਉਣ ਲਈ ਮਜਬੂਰ ਹੋਣਾ ਪੈ ਰਿਹਾ। ਪਰ ਲੇਕਿਨ ਆਮ ਆਦਮੀ ਪਾਰਟੀ ਡਟ ਕੇ ਇਹਨਾਂ ਦੇ ਨਾਲ ਖੜੀ ਆ। ਡਟ ਕੇ ਮੁਕਾਬਲਾ ਕਰਾਂਗੇ। ਬਿਲਕੁਲ ਇਹ ਜ਼ਮੀਨ ਜਿਹੜੀ ਆ ਨਹੀਂ ਜਾਣ ਦੇਵਾਂਗੇ। ਕਿਸਾਨ ਦੇ ਲਈ 24 ਘੰਟੇ ਜਿੱਥੇ ਵੀ ਕਹਿਣਗੇ ਅਸੀਂ ਬੈਠਾਂਗੇ। ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਆਪਣਾ ਫੈਸਲਾ ਵਾਪਸ ਲਵੇ। ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਤਿੱਖੀ ਬਿਆਨਬਾਜ਼ੀ ਕੀਤੀ ਗਈ ਸੀ। ਉਹਨਾਂ ਨੇ ਸਿਆਸੀ ਵਿਰੋਧੀ ਸਰਬਜੀਤ ਮੱਕੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਹਮੇਸ਼ਾ ਵੋਟਾਂ ਨੇੜੇ ਆ ਕੇ ਆਪਣੀ ਸਰਕਾਰ ਵਿਰੁੱਧ ਬੋਲਣਾ ਸ਼ੁਰੂ ਕਰ ਦਿੰਦੇ ਨੇ। ਅਜਿਹਾ ਕੁਝ ਹੀ ਉਹਨਾਂ ਨੇ ਅਕਾਲੀ ਦਲ ਵਿੱਚ ਹੁੰਦਿਆਂ ਕੀਤਾ ਸੀ। ਮੱਕੜ ਵੱਲੋਂ ਮੰਗ ਕੀਤੀ ਗਈ ਕਿ ਪਹਿਲਾਂ ਪ੍ਰਗਟ ਸਿੰਘ ਅਸਤੀਫਾ ਦੇਣ ਕਿਉਂਕਿ ਜੇਕਰ ਪੰਜਾਬ ਵਿੱਚ ਮਾਫੀਆ ਚੱਲ ਰਿਹਾ ਹੈ ਤਾਂ ਜ਼ਿੰਮੇਵਾਰੀ ਸਾਰੇ ਵਿਧਾਇਕਾਂ ਦੀ ਬਣਦੀ ਹੈ। ਜਿਹੜੇ ਸ਼ਰਾਬ ਦਾ ਮਸਲਾ ਉੱਠਿਆ ਹੈ ਪੰਜਾਬ ਦਾ ਇਸ ਬਿਮਾਰੀ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ। ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲੀ। ਉਹ ਨਾ ਸਹੂਲਤ ਮਿਲਣ ਦਾ ਕਾਰਨ ਇਹ ਕਿ ਜਿੰਨਾ ਪੈਸਾ ਸਾਡੇ ਕੋਲ ਰੈਵਨਿਊ ਆਉਣਾ ਸੀ ਇਹ ਸਾਰਾ ਨਾਲੋਂ ਨਾਲ ਲੁੱਟ ਹੁੰਦਾ ਰਿਹਾ ਜਿਹਦੇ ਵਿੱਚ ਸ਼ਰਾਬ ਮਾਫੀਆ ਜਿਹੜਾ ਸ਼ਰਾਬ ਇਨਲੀਗਲ ਵੇਚਦਾ ਨਸ਼ੇ ਜਦੋਂ ਨਸ਼ੇ ਬਾਕੀ ਵਿਕਣਗੇ ਤੇ ਸ਼ਰਾਬ ਵੀ ਨਹੀਂ ਵਿਕੇਗੀ। ਤੀਸਰਾ ਕਿਸੇ ਨੂੰ ਰਾਸ਼ਨ ਨਹੀਂ ਮਿਲਿਆ ਤੇ 3.5 ਸਾਲ ਸਾਡੇ MLA ਸਰਦਾਰ ਪ੍ਰਗਟ ਸਿੰਘ ਨੇ ਹਲਕੇ ਦੀ ਸਾਰ ਨਹੀਂ ਲਈ ਤੇ ਨਾ ਇਸ ਕਰੋਨਾ 'ਚ ਲਈ ਹੈ। ਮੇਰਾ ਕੰਮ ਹੈ ਕਿ ਮੈਂ ਉਹਨਾਂ ਕੋਲ ਮੰਗ ਕਰਦਾ ਕਿ ਉਹ ਅਸਤੀਫਾ ਦੇਣ। ਇਹ ਨਾ ਕਰਨ ਕਿ ਪਹਿਲਾਂ ਵੀ 3.5 ਸਾਲ ਬਾਅਦ ਅਕਾਲੀ ਸਰਕਾਰ ਮਾੜੀ ਸੀ ਤੇ ਅੱਜ ਕਾਂਗਰਸ ਮਾੜੀ ਹੈ। ਸਰਕਾਰਾਂ MLA ਆਪ ਹੀ ਹੁੰਦਾ ਹੈ ਮੰਤਰੀ ਆਪ ਹੀ ਹੁੰਦੇ ਨੇ ਪਰ ਲੇਕਿਨ ਸਰਕਾਰਾਂ ਬਣ ਕੇ ਕੰਮ ਕਰਨਾ ਹੁੰਦਾ ਥਾਣੇਦਾਰੀ ਕਰਕੇ ਲੋਕਾਂ ਦੀਆਂ ਦੁਕਾਨਾਂ ਨਹੀਂ ਬੰਦ ਕਰਾਉਣੀਆਂ ਹੁੰਦੀਆਂ।
ਕੋਵਿਡ-19 ਵਿਰੁੱਧ ਲੜਾਈ ਲੜਨ ਲਈ ਪੰਜਾਬ ਹੁਣ ਆਪਣੀ ਟੈਸਟ ਸਮਰੱਥਾ ਵਧਾਉਣ ਜਾ ਰਿਹਾ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਮੰਤਰੀ ਵੱਲੋਂ ਦਿੱਤੀ ਗਈ, ਜਿਨ੍ਹਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿਖੇ ਟੈਸਟਿੰਗ ਮਸ਼ੀਨ ਦਾ ਉਦਘਾਟਨ ਕਰਨ ਲਈ ਪਹੁੰਚੇ। ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ 3 ਨਵੀਆਂ ਮਸ਼ੀਨਾਂ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਲਗਾਈਆਂ ਗਈਆਂ ਹਨ, ਜਿਸ ਸਦਕਾ ਪੰਜਾਬ 'ਚ 9000 ਟੈਸਟ ਰੋਜ਼ਾਨਾ ਕੀਤੇ ਜਾਣਗੇ। ਸੀਐਮ ਸਾਹਿਬ ਦੀ ਇਹ ਸੋਚ ਸੀ ਕਿ ਟੈਸਟ ਜਿਹੜੇ ਨੇ ਕਿਸੇ ਤਰੀਕੇ ਹੋਰ ਵਧਾਏ ਜਾਣ। ਸੋ ਹੁਣ ਅਸੀਂ ਸਾਰੇ ਤਿੰਨਾਂ ਕਾਲਜਾਂ 'ਚ ਇਹ ਮਸ਼ੀਨਾਂ ਜਿਹੜੀਆਂ ਜਿਹਦੇ ਨਾਲ ਤਕਰੀਬਨ ਡੇਲੀ ਇੱਕ ਮਸ਼ੀਨ ਨਾਲ 3000 ਟੈਸਟ ਜਿਹੜਾ ਉਹ ਹੋਏਗਾ ਸਾਡੇ ਤਿੰਨਾਂ ਕਾਲਜਾਂ 'ਚ। ਕਿਉਂਕਿ ਅੰਮ੍ਰਿਤਸਰ ਵੀ ਮਸ਼ੀਨ ਚੱਲ ਗਈ, ਵੀਸੀ ਸਾਹਿਬ ਭੇਜਤੀ ਅੰਮ੍ਰਿਤਸਰ ਵੀ ਚੱਲ ਗਈ, ਪਟਿਆਲੇ ਵੀ ਚੱਲ ਗਏ। ਸੋ ਇਹ ਜਿਹੜੀਆਂ ਨੇ ਤਿੰਨਾਂ ਕਾਲਜਾਂ 'ਚ ਮਸ਼ੀਨਾਂ ਸਾਡੀਆਂ ਚੱਲ ਗਈਆਂ ਨੇ। 3000 ਦੀ ਕਪੈਸਿਟੀ ਜਿਹੜੀ ਆ ਉਹ ਸਾਡੇ ਮੈਡੀਕਲ ਕਾਲਜਾਂ 'ਚ ਤਿੰਨਾਂ 'ਚ 9000 ਦੇ ਕਰੀਬ ਡੇਲੀ ਟੈਸਟ ਹੋਣਗੇ। ਸੋ ਅੱਜ ਫਰੀਦਕੋਟ ਮੈਡੀਕਲ ਕਾਲਜ ਅੱਜ ਓਪਨਿੰਗ ਕਰਤੀ ਆ। ਇਹ ਫੁੱਲੀ ਆਟੋਮੈਟਿਕ ਮਸ਼ੀਨ ਹੋਏਗੀ। ਇਹਦੇ ਨਾਲ ਕਿਸੇ ਨੂੰ ਹੱਥ ਲਾਉਣ ਦੀ ਲੋੜ ਨਹੀਂ, ਬੜੀ ਵੱਡੀ ਸੇਫਟੀ ਆ। ਭਾਜਪਾ ਆਗੂ ਤਰਨ ਚੁੱਗ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਅਤੇ ਮੁਲਕ ਦੇ ਫੂਡ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਚਿੱਠੀ ਲਿਖੀ ਗਈ ਹੈ, ਜਿਸ ਵਿੱਚ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਅਨਾਜ ਘੁਟਾਲਾ ਹੋਇਆ ਹੈ, ਜਿਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਚੁੱਗ ਨੇ ਕਿਹਾ ਕਿ ਜਿੰਨਾ ਵੀ ਅਨਾਜ ਭਾਰਤ ਸਰਕਾਰ ਵੱਲੋਂ ਭੇਜਿਆ ਗਿਆ ਉਹ ਗਰੀਬ ਲੋਕਾਂ ਤੱਕ ਪੁੱਜਦਾ ਕਰਨ ਦੀ ਥਾਂ ਕਾਂਗਰਸੀ ਆਗੂਆਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਦੁਰਭਾਗਿਆ ਹੈ ਕਿ ਅੱਜ ਉਹ ਅਨਾਜ ਹਜੇ ਤੱਕ ਨਹੀਂ ਵੰਡਿਆ ਗਿਆ। 28 ਮਾਰਚ 2020 ਦਾ ਅਨਾਜ ਆਇਆ ਔਰ ਹਾਲਾਤ ਇਹ ਹੈ ਕਿ ਫ੍ਰੀ ਅਨਾਜ ਵੰਡਣ ਵਾਲੇ ਜਿਹੜੇ ਡਿਪੂ ਨੇ, ਸਰਕਾਰੀ ਡਿਪੂ, ਉਹਨੂੰ ਡੀਐਫਸੀ ਏਐਫਐਸਓ ਇੰਸਪੈਕਟਰ ਚਲਾਉਣ ਦੀ ਬਜਾਏ ਕਾਂਗਰਸ ਦੇ ਪਾਰਸ਼ਦ ਤੇ ਸਰਪੰਚ ਤੇ ਐਮਐਲਏ ਚਲਾ ਰਹੇ ਨੇ। ਗਰੀਬ ਆਦਮੀ ਨੂੰ ਅਗਰ ਆਟਾ ਲੈਣਾ ਸਰਕਾਰੀ ਡਿਪੂ ਤੋਂ ਤੇ ਉਹਦੀ ਚਿੱਟ ਡਿਪੂ ਹੋਲਡਰ ਤੋਂ ਆਟਾ ਚੁੱਕਣ ਵਾਸਤੇ ਗਰੀਬ ਨੂੰ ਚਿੱਟ ਪਾਰਸ਼ਦ ਦੇ ਘਰੋਂ ਮਿਲ ਰਹੀ ਹੈ। ਇੰਸਪੈਕਟਰਾਂ ਨੇ, ਏਐਫਐਸਓ ਨੇ ਆਪਣੇ ਸਰਕਾਰੀ ਰਜਿਸਟਰ ਪਾਰਸ਼ਦਾਂ ਦੇ ਘਰਾਂ 'ਚ ਗਿਰਵੀ ਰੱਖਦੇ ਨੇ। ਹਾਲਾਤ ਇਹ ਹੈ ਕਿ ਉਹ ਜਿਹੜਾ ਗਰੀਬ ਦਾ ਅਨਾਜ ਹੈ ਔਰ ਤੇ ਕਾਂਗਰਸ ਪਾਰਟੀ ਦੇ ਪਾਰਸ਼ਦਾਂ ਨੇ, ਸਰਪੰਚਾਂ ਨੇ, ਵਿਧਾਇਕਾਂ ਨੇ ਕਬਜ਼ਾ ਕੀਤਾ ਹੈ ਔਰ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਿਆ ਡੀਐਫਸੀ ਡਿਪਾਰਟਮੈਂਟ ਦੇ ਦਫ਼ਤਰ ਦੇ ਅਫਸਰ, ਉਹਨਾਂ ਉੱਤੇ ਕਿਆ ਪਾਰਸ਼ਦ ਵੱਡੇ ਨਵੇਂ ਅਫਸਰ ਕਾਂਗਰਸ ਨੇ ਲਗਾਏ ਨੇ? ਕਾਂਗਰਸ ਦੇ ਪ੍ਰਧਾਨ ਬਹਿ ਕੇ ਹੁਣ ਅਨਾਜ ਵੰਡਣਗੇ? ਇਹਨਾਂ ਪ੍ਰਸ਼ਨਾਂ ਦੇ ਉੱਤੇ ਅੱਜ ਮੈਂ ਕੰਪਲੇਂਟ ਪ੍ਰਾਈਮ ਮਿਨਿਸਟਰ ਆਫਿਸ ਔਰ ਸੀਬੀਆਈ ਨੂੰ ਫੂਡ ਸਪਲਾਈ ਮਿਨਿਸਟਰ ਨੂੰ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਬਿਆਨਬਾਜ਼ੀ ਤੇਜ਼ ਹੋ ਗਈ। ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਬਟਾਲਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਨੂੰ ਖੁਸ਼ ਕਰਨ ਲਈ ਹਰ ਹੀਲਾ ਵਰਤਦੇ ਨੇ। ਉਹਨਾਂ ਕਿਹਾ ਕਿ ਜੇਕਰ ਸਿਰਸਾ ਨੂੰ ਸੇਵਾ ਕਰਨ ਦਾ ਸ਼ੌਕ ਹੈ ਤਾਂ ਉਹ ਆਪਣੀ ਪ੍ਰਾਪਰਟੀ ਵੇਚ ਕੇ ਸਮਾਜ ਸੇਵਾ ਤੇ ਲਗਾ ਸਕਦੇ ਨੇ। ਬਾਦਲ ਦਲ ਦੇ ਸਿਰ ਕੱਢਵੇਂ ਜਰਨੈਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਬੀਜੇਪੀ ਦੇ ਐਮਐਲਏ, ਸਿੱਖ ਵਿਰੋਧੀ ਤਾਕਤਾਂ ਨੂੰ ਹਰ ਹੀਲੇ ਖੁਸ਼ ਰੱਖਣ ਵਾਲੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਬਿਨਾਂ ਮੰਗੇ ਸਰਕਾਰ ਨੂੰ ਗੁਰੂ ਘਰਾਂ ਦਾ ਪੈਸਾ, ਸੋਨਾ, ਸਰਮਾਇਆ ਆਦਿਕ ਦੇ ਦੇਣ ਦਾ ਡਰਾਮਾ ਸਾਹਮਣੇ ਆਇਆ, ਜਿਸ ਵਿੱਚ ਉਹ ਇਹ ਕਹਿ ਰਹੇ ਨੇ ਕਿ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਉਹ ਸਮਾਜ ਸੇਵਾ ਲਈ ਸੋਨਾ, ਪੈਸਾ ਆਦਿਕ ਬਿਨਾਂ ਮੰਗੇ ਸਰਕਾਰ ਨੂੰ ਦੇਣ। ਸਿਰਸਾ ਜੀ, ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਡੀ ਸਰਕਾਰ ਤੇ ਤੁਹਾਨੂੰ ਸਮਾਜ ਸੇਵਾ ਦਾ ਐਡਾ ਹੀ ਹੇਜ ਹੈ ਤੇ ਸਭ ਤੋਂ ਪਹਿਲਾਂ ਜਿੰਨੀਆਂ ਵੀ ਤੁਸੀਂ ਸਰਕਾਰੀ ਹਰ ਤਰ੍ਹਾਂ ਦੀਆਂ ਸਹੂਲਤਾਂ ਲੈ ਰਹੇ ਹੋ ਉਹ ਬੰਦ ਕਰਕੇ ਸਮਾਜ ਨੂੰ ਦੇ ਦਿੱਤੀਆਂ ਜਾਣ। ਦੂਸਰਾ, ਜਿੰਨਾ ਤੁਸੀਂ ਹੁਣ ਤੱਕ ਅਰਬਾਂ ਖਰਬਾਂ ਦਾ ਸਰਮਾਇਆ ਪ੍ਰਾਪਰਟੀ ਇਕੱਠੀ ਕੀਤੀ ਹੈ ਉਹ ਵੇਚ ਕੇ ਸਮਾਜ ਨੂੰ ਦੇ ਦਿੱਤੀ ਜਾਏ ਤਾਂ ਕਿ ਤੁਹਾਡੀ ਸਮਾਜ ਸੇਵਾ ਦਾ ਪਤਾ ਲੱਗ ਸਕੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਬਹੁਤ ਸ਼ਾਤਿਰ ਨੇ ਅਤੇ ਆਪਣੀ ਪ੍ਰਸਿੱਧੀ ਲਈ ਦਿੱਲੀ ਕਮੇਟੀ ਦੇ ਗੋਲਕ ਵਰਤ ਕੇ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ, ਜਿਸ ਲਈ ਸਿਰਸਾ ਨੇ ਬਕਾਇਦਾ ਟੀਮ ਵੀ ਰੱਖੀ ਹੋਈ ਹੈ। ਜੀਕੇ ਨੇ ਦੋਸ਼ ਲਗਾਇਆ ਕਿ ਸਿਰਸਾ ਜਾਣਬੁੱਝ ਕੇ ਵਿਵਾਦ ਖੜਾ ਕਰਦੇ ਨੇ।
ਉਹ ਪਹਿਲੇ ਅਜਿਹੇ ਪ੍ਰਧਾਨ ਨੇ ਜਿਨ੍ਹਾਂ ਦੇ ਗੁਰੂ ਘਰਾਂ ਵਿੱਚ ਦਾਖਲ ਹੋਣ ਤੇ ਪ੍ਰਬੰਧਕ ਕਮੇਟੀਆਂ ਵੱਲੋਂ ਪਾਬੰਦੀ ਲਗਾਈ ਜਾ ਰਹੀ ਹੈ। ਕਿ ਬਿਆਨ ਦਿੱਤਾ ਜਾਂਦਾ ਹੈ ਪ੍ਰਿਥਵੀਰਾਜ ਚੌਹਾਨ ਜਿਹੜੇ ਇੱਕ ਕਾਂਗਰਸ ਦੇ ਸੀਨੀਅਰ ਲਾਗੂ ਨੇ ਔਰ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਰਹੇ ਨੇ, ਸਰਸਾ ਸਾਹਿਬ ਉਹੀ ਬਿਆਨ ਨੂੰ ਰਿਪੀਟ ਕਰਦੇ ਨੇ ਕਿ ਮੈਂ ਜਿਹੜਾ ਪ੍ਰਿਥਵੀਰਾਜ ਚੌਹਾਨ ਨੇ ਕਿਹਾ ਕਿ ਧਾਰਮਿਕ ਸਥਾਨਾਂ ਦਾ ਜਿਹੜਾ ਸੋਨਾ ਤੇ ਸਰਮਾਇਆ ਉਹ ਸਰਕਾਰ ਨੂੰ ਦੇ ਦਿੱਤਾ ਜਾਵੇ। ਉਹਦੇ ਬਾਅਦ ਜਦੋਂ ਕੰਟਰੋਵਰਸੀ ਹੁੰਦੀ ਹੈ ਉਹ ਆਖਦੇ ਨੇ ਕਿ ਮੈਂ ਗੁਰਦੁਆਰਿਆਂ ਦਾ ਤਾਂ ਨਾਮ ਹੀ ਨਹੀਂ ਲਿਆ। ਪਹਿਲੀ ਗੱਲ, ਕੀ ਗੁਰੂ ਘਰ ਧਾਰਮਿਕ ਸਥਾਨ ਨਹੀਂ ਨੇ? ਤੁਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਹੀਂ ਹੋ? ਜਦ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਮਤਲਬ ਗੁਰੂ ਘਰਾਂ ਦਾ ਸੋਨਾ ਤਾਂ ਤੁਸੀਂ ਪਹਿਲੇ ਆਫਰ ਕਰਤਾ ਨਾ। ਲੋਕਾਂ ਨੇ ਲਿਖਣਾ ਸ਼ੁਰੂ ਕਰਤਾ ਤੁਹਾਡੀ ਫੇਸਬੁੱਕ ਦੇ ਥੱਲੇ ਕਿ ਹੁਣ ਦਰਬਾਰ ਸਾਹਿਬ ਦਾ ਸੋਨਾ ਤੁਸੀਂ ਲਾ ਕੇ ਦਿਓਗੇ। ਅਗਲੀ ਗੱਲ, ਸਾਧ ਸੁਖਬੀਰ ਸਿੰਘ ਕਹਿੰਦੇ ਨੇ ਕਿ ਇਹ ਭੋਲਾ ਹੈ, ਇਹ ਨਿਆਣਾ ਹੈ, ਇਹ ਅਨਭੋਲ ਹੈ। ਏਡੇ ਕਿ ਇਹ ਛਾਤਰ ਔਰ ਚੁਸਤ ਨੇ ਕਿ ਆਖਦੇ ਨੇ ਕਿਸੇ ਨੇ ਮੇਰੀ ਵੀਡੀਓ ਦੇ ਵਿੱਚ ਸਿੱਖ ਵਰਡ ਪਾ ਦਿੱਤਾ। ਅਸੀਂ ਤਾਂ ਸਿੱਖ ਵਾਲੇ ਪਾਸੇ ਤੁਰੇ ਹੀ ਨਹੀਂ, ਅਸੀਂ ਤਾਂ ਓਰੀਜਨਲ ਬਿਆਨ 'ਤੇ ਰਹੇ ਹਾਂ। ਜਿਹੜਾ ਸਿੱਖ ਵਰਡ ਪਾਇਆ ਨਾ ਉਹ ਤੁਹਾਡੀ ਜਿਹੜੀ ਤੁਸੀਂ ਅੱਜ ਵੀ ਗੁਰਦੁਆਰਾ ਕਮੇਟੀ ਦੀ ਗੋਲਕ ਦੇ ਵਿੱਚੋਂ 10 ਤੋਂ 12 ਲੱਖ ਰੁਪਇਆ ਮਹੀਨੇ ਦੀ ਸੋਸ਼ਲ ਮੀਡੀਆ ਦੀ ਟੀਮ ਲਾਈ ਹੋਈ ਹੈ, ਜਿਹੜੀਆਂ ਤੁਹਾਡੀਆਂ ਇਹੋ ਜਿਹੀਆਂ ਪੋਲੀਟੀਕਲ ਵੀਡੀਓਜ਼ ਪਾ ਕੇ ਔਰ ਤੁਹਾਨੂੰ ਕਿੱਦਾਂ ਖਬਰਾਂ 'ਚ ਰੱਖਣਾ, ਕਿਸ ਤਰ੍ਹਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੇ ਪਿੱਛੇ ਹਜ਼ਾਰਾਂ ਲਾਈਕ ਲੈਣੇ ਨੇ, ਤੁਸੀਂ ਉਹ ਜਿਹੜੀ ਲਾਈ ਹੋਈ ਹੈ ਕਿਸੇ ਆਪਣੇ ਮਾਸੀ ਦੇ ਪੁੱਤ ਦਾ ਨਾਂ ਉਹਦਾ ਨਾਂ ਪਾ ਕੇ ਤੁਸੀਂ ਕੰਪਲੇਂਟ ਦੇ ਦਿੱਤੀ ਔਰ ਆਪੇ ਹੀ ਮੈਨੇਜ ਕੀਤਾ ਕਿ ਇਹਦੇ ਸਿੱਖ ਵਰਡ ਪਾ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਅਟੈਂਸ਼ਨ ਡਾਇਵਰਟ ਕਰ ਸਕੋ। ਮੈਂ ਸਮਝਦਾ ਪਹਿਲੇ ਤਾਂ ਸਾਧ ਸੁਖਬੀਰ ਸਿੰਘ ਬਾਦਲ ਚੁੱਪ ਰਹੇ ਔਰ ਵੱਡੀ ਗੱਲ ਇਹ ਕਿ ਜਿਹੜੀ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਤੁਸੀਂ ਕੀਤਾ ਸੀ, ਬੀਜੇਪੀ ਨੇ ਹੀ ਤੁਹਾਨੂੰ ਐਸੇ ਮੈਂ ਸਮਝਦਾ ਕਿ ਨਖੇਧ ਸ਼ਬਦਾਂ ਦੇ ਵਿੱਚ ਤੁਹਾਡਾ ਉਹਨਾਂ ਨੇ ਮੈਂ ਸਮਝਦਾ ਕਿ ਨਖੇਧੀ ਕੀਤੀ ਕਿ ਜਿਹੜਾ ਤੁਹਾਨੂੰ ਇਹ ਸਮਝ ਆ ਗਈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੋ ਵੀ ਲੇਬਰ ਖੇਤੀਬਾੜੀ ਦੇ ਕੰਮ ਲਈ ਪੰਜਾਬ ਆਉਣਾ ਚਾਹੁੰਦੀ ਹੈ ਉਸ ਦਾ ਸਵਾਗਤ ਹੈ। ਸਿੱਧੂ ਨੇ ਅਪੀਲ ਕੀਤੀ ਕਿ ਜਿਸ ਵੀ ਸੂਬੇ ਤੋਂ ਲੇਬਰ ਝੋਨੇ ਦੀ ਲਵਾਈ ਲਈ ਪੰਜਾਬ ਆਉਂਦੀ ਹੈ, ਸੰਬੰਧਿਤ ਸੂਬੇ ਰੇਲ ਯਾਤਰਾ ਦਾ ਕਿਰਾਇਆ ਤਾਰਨ ਤਾਂ ਜੋ ਮਜ਼ਦੂਰਾਂ ਤੇ ਬੋਝ ਨਾ ਪਵੇ, ਕਿਉਂਕਿ ਜਦੋਂ ਉਹ ਪੈਸਾ ਕਮਾ ਕੇ ਵਾਪਸ ਮੂਲ ਸੂਬਿਆਂ 'ਚ ਖਰਚਣਗੇ ਤਾਂ ਉਹਨਾਂ ਹੀ ਪ੍ਰਦੇਸ਼ਾਂ ਦੇ ਅਰਥਚਾਰੇ ਨੂੰ ਫਾਇਦਾ ਮਿਲੇਗਾ। ਸਿੱਧੂ ਨੇ ਦੋਸ਼ ਲਗਾਇਆ ਕਿ ਜ਼ਿੰਮੇਵਾਰੀ ਤਾਂ ਕੇਂਦਰ ਸਰਕਾਰ ਦੀ ਸੀ ਪਰ ਨਿਭਾਈ ਨਹੀਂ ਗਈ। ਦੇਖੋ ਗੱਲ ਇਹ ਸੀ ਕਿ ਸਾਡਾ ਪਹਿਲਾਂ ਦਾ ਜਾਣ ਜਿਹੜਾ ਭੇਜਣ ਦਾ ਸੀਗਾ ਉਹ ਅਸੀਂ ਪੂਰਾ ਆਪਣਾ ਕੰਮ ਪੂਰੇ ਜੋਰ ਸ਼ੋਰ ਨਾਲ ਕਰ ਰਹੇ ਹਾਂ ਔਰ ਉਹਦੀ ਬਹੁਤ ਸਾਰੇ ਪਾਸੋਂ ਤਾਰੀਫ ਵੀ ਹੋ ਰਹੀ ਕਿ ਪੰਜਾਬ ਨੇ ਅੱਛਾ ਕੰਮ ਕੀਤਾ। ਪੰਜਾਬ ਨੇ ਕੋਵਿਡ ਦੇ ਵਿੱਚ ਵੀ ਮਾਰਕਾ ਮਾਰਿਆ। ਮੈਂ ਉਹਦੇ ਲਈ ਸਾਰੇ ਪ੍ਰਸ਼ਾਸਨ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਸਾਰੀ ਕੈਬਨਿਟ ਨੂੰ ਵਧਾਈ ਦੇਣੀ ਚਾਹੁੰਦਾ। ਤੇ ਦੂਜੀ ਗੱਲ ਜਿਹੜੀ ਤੁਸੀਂ ਲੇਬਰ ਦੀ ਗੱਲ ਕੀਤੀ ਹੁਣ ਵੀ ਲੇਬਰ ਆਏਗੀ ਕਿਵੇਂ, ਅਸੀਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਹਾ ਸੀ ਸਟੇਟਾਂ ਵਾਲਿਆਂ ਨੂੰ ਕਿ ਤੁਸੀਂ ਆਪਣੇ ਬੰਦਿਆਂ ਨੂੰ ਆਪ ਲੈ ਕੇ ਜਾਓ, ਕਿ ਜਦੋਂ ਅਸੀਂ ਤੁਹਾਡੇ ਬੰਦੇ ਨੇ ਅਸੀਂ ਆਪਣੇ ਬੰਦਿਆਂ ਨੂੰ ਹਜ਼ੂਰ ਸਾਹਿਬ ਤੋਂ ਹੋਰ ਜਗ੍ਹਾ ਤੋਂ ਲੈ ਕੇ ਆਏ ਹਾਂ। ਲੇਕਿਨ ਉਹਨਾਂ ਨੇ ਜਿਹੜੇ ਉੱਥੋਂ ਦੇ ਲੀਡਰ ਸੀ ਜਾਂ ਹੋਰ ਸੀ ਉਹਨਾਂ ਨੇ ਇਸ ਗੱਲ ਬਾਰੇ ਕੋਈ ਤਵੱਜੋ ਦਿੱਤੀ ਨਹੀਂ ਹੈ। ਪਰ ਜਿੱਥੇ ਇਹ ਸਭ ਤੋਂ ਵੱਡਾ ਰੋਲ ਪਲੇ ਕਰਨਾ ਚਾਹੀਦਾ ਸੀਗਾ ਸੈਂਟਰ ਗੌਰਮੈਂਟ ਨੂੰ, ਉਹਨੇ ਇਹ ਕੀਤਾ ਨਹੀਂ। ਜਦੋਂ ਕੋਈ ਪੈਂਡੈਮਿਕ ਡਿਕਲੇਅਰ ਕੀਤਾ ਹੋਇਆ ਸੀ ਪੂਰੇ ਵਾਰਡ ਲੈਵਲ ਤੇ ਤਾਂ ਉੱਥੇ ਫਰਜ਼ ਬਣਦਾ ਸੈਂਟਰ ਨੂੰ ਕੋਈ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ ਤੇ ਜਿਹੜਾ ਉਹ ਰੋਲ ਦੀ ਸ਼ਲਾਘਾ ਕੀਤੀ ਜਾਂਦੀ, ਪਰ ਉਹਨੇ ਕੀਤਾ ਨਹੀਂ। ਹੁਣ ਜਿਹੜੇ ਤੱਕ ਆਉਣ ਦੀ ਗੱਲ ਹੈਗੀ ਆ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੋਂ ਜਿਹੜੇ ਉਹ ਬੰਦੇ ਸਾਰੇ ਜਿਹੜੇ ਲੇਬਰਾਂ ਨੇ ਸਾਨੂੰ ਫੋਨ ਕਰਨੀਆਂ ਨੇ। ਜਿਹੜੀ 1 ਜੂਨ ਤੋਂ ਬਾਅਦ ਟ੍ਰੇਨਾਂ ਸਟਾਰਟ ਹੋ ਰਹੀਆਂ ਨੇ, 250 ਟ੍ਰੇਨ ਜਿਹੜੀ ਲੋਕਲ ਟ੍ਰੇਨ ਆ ਉਹ ਸ਼ੁਰੂ ਹੋ ਜਾਣੀ ਆ ਤੇ ਕੁਝ ਜਿਵੇਂ ਬੱਸਾਂ ਨੇ ਉਹ ਵੀ ਸਟਾਰਟ ਹੋ ਰਹੀਆਂ ਨੇ, ਕੁਝ ਜਾਣੀ ਕਿ ਕੋਈ ਟਰਮ ਐਂਡ ਕੰਡੀਸ਼ਨ ਦੇ ਥਰੂ ਹੋ ਰਹੀਆਂ ਨੇ। ਅਸੀਂ ਜਦੋਂ ਜਿਹੜੀ ਲੇਬਰ ਅਸੀਂ ਉਹਨੂੰ ਵੈਲਕਮ ਕੀਤਾ ਕਿ ਅਸੀਂ ਤੁਹਾਡੀ ਲੇਬਰ 'ਚ ਸਾਡੇ ਕੋਲ ਇੱਥੇ ਆਏਗੀ, ਅਸੀਂ ਉਹਨੂੰ ਬਕਾਇਦਾ ਉਹਨੇ ਸਕਰੀਨਿੰਗ ਕਰਕੇ ਪ੍ਰੋਪਰ ਟੈਸਟ ਤੋਂ ਬਾਅਦ ਅਸੀਂ ਪੰਜਾਬ ਵਿੱਚ ਕੰਮ ਕਰਨ ਵਾਸਤੇ ਅਲਾਓ ਕਰਾਂਗੇ। ਹਰ ਤਰ੍ਹਾਂ ਅਸੀਂ ਬੰਦੋਬਸਤ ਕਰਾਂਗੇ ਉਹਨੂੰ ਆਉਣ ਦੇ। ਤਾਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਬਹੁਤੀ ਦਿੱਕਤ ਆਊਗੀ, ਪਰ ਲੇਬਰ ਨੂੰ ਲਿਆਉਣ ਵਾਸਤੇ ਜਿਹੜੇ ਬੰਦੇ ਨੂੰ ਪਾਸ ਦੀ ਲੋੜ ਅਸੀਂ ਪਾਸ ਦੇਣ ਨੂੰ ਤਿਆਰ ਆ। ਹੁਣ ਜੇ ਤੁਸੀਂ ਕਹੋ ਵੀ 40 ਕਰੋੜ ਰੁਪਇਆ 50 ਕਰੋੜ ਰੁਪਇਆ ਸਾਡੀ ਸਰਕਾਰ, ਦੇਖੋ ਇਹ ਜਿਹੜਾ ਉੱਥੋਂ ਦੇ ਬੰਦੇ ਇੱਥੇ ਆਉਣਗੇ ਅਸੀਂ ਰੁਜ਼ਗਾਰ ਦੇਵਾਂਗੇ, ਇੱਥੋਂ ਪੈਸੇ ਕਮਾ ਕੇ ਲੈ ਕੇ ਜਾ ਕੇ ਉੱਥੇ ਖਰਚ ਕਰਨਗੇ, ਠੀਕ ਹੈ ਨਾ। ਤੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਸਾਡੇ ਨਾਲ ਅਕੋਮੋਡੇਟ ਕਰਨ, ਇੱਕ ਸਾਈਡ ਦਾ ਕਿਰਾਇਆ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ। ਸੀਨੀਅਰ ਅਕਾਲੀ ਲੀਡਰ ਬੀਬੀ ਜਗੀਰ ਕੌਰ ਨੇ ਦੋਸ਼ ਲਗਾਇਆ ਕਿ ਇਸ ਸੰਕਟ ਦੀ ਘੜੀ ਵਿੱਚ ਵੀ ਸੂਬਾ ਸਰਕਾਰ ਨੂੰ ਸ਼ਰਾਬ ਅਤੇ ਰੇਤੇ ਦੀ ਫਿਕਰ ਸੀ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਮਾਫੀਆ ਸਰਗਰਮ ਹੈ, ਗੈਰ ਕਾਨੂੰਨੀ ਖੱਡਾਂ ਵਿੱਚੋਂ ਮਨਮਰਜ਼ੀ ਦੇ ਰੇਟਾਂ ਤੇ ਰੇਤਾ ਵੇਚ ਕੇ ਖਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ। ਇਹਨਾਂ ਨੇ ਕਿਹਾ ਸੀ ਸਾਰੇ ਅਧਿਆਪਕ ਪੱਕੇ ਕਰਾਂਗੇ, ਸਾਰੇ ਡਾਕਟਰਸ ਪੱਕੇ ਕਰਾਂਗੇ, ਸਾਰੇ ਨਰਸਸ ਪੱਕੇ ਕਰਾਂਗੇ। ਪੱਕੇ ਕੀ ਕਰਨੇ ਸੀ? ਅਧਿਆਪਕ ਜਿਹੜੇ 42,000 ਤਨਖਾਹ ਲੈਂਦੇ ਸੀ ਉਹ 14,000 ਤਨਖਾਹ ਕਰਤੀ, ਤਨਖਾਹ ਕੱਟ ਦਿੱਤੀ, ਉਹਨਾਂ ਦੀਆਂ ਤਨਖਾਹਾਂ ਹੀ ਘਟਾ ਦਿੱਤੀਆਂ।
ਅੱਜ ਅਧਿਆਪਕ 7000 ਲੈ ਕੇ 10000 ਲੈ ਕੇ ਕੀ ਨੌਕਰੀ ਕਰੂ, ਕੀ ਲੋਕਾਂ ਦੀ ਸਮਾਜ ਦੀ ਸੇਵਾ ਕਰੂ, ਕੀ ਬੱਚੇ ਪੜਾਊ, ਆਪਣਾ ਘਰ ਕਿੱਦਾਂ ਦੇਖੂ, ਆਪਣਾ ਪਰਿਵਾਰ ਕਿੱਦਾਂ ਦੇਖੂ। ਇਸ ਵੇਲੇ ਖਾਸ ਕਰਕੇ ਇਸ ਵੇਲੇ ਦੇ ਸਮੇਂ ਦੇ ਵਿੱਚ ਆਪਣੇ ਬੱਚੇ ਪੜਾਉਣੇ ਉਹਨਾਂ ਲਈ ਔਖੇ ਹੋ ਜਾਂਦੇ। ਸੋ ਮੈਂ ਸਮਝਦੀ ਹਾਂ ਸਰਕਾਰ ਨੇ ਸਾਰੇ ਥਾਂ ਦੇ ਉੱਤੇ ਧੋਖਾ ਹੀ ਕੀਤਾ। ਕਿਤੇ ਉਹਨਾਂ ਨੂੰ ਲਾਰੇ ਲਾਏ ਸੀ। ਆ ਮਾਈਨਿੰਗ ਵੇਖੋ, ਮਾਈਨਿੰਗ ਦਾ ਅੱਜ ਨਵਾਂ ਇਹਨਾਂ ਨੇ ਜਿਹੜਾ ਕੱਢਿਆ ਕੈਬਨਿਟ ਦੇ ਵਿੱਚ ਫੈਸਲਾ ਕੀਤਾ, ਤੇ ਮਾਈਨਿੰਗ ਦੇ ਵਿੱਚ ਐਡਾ ਚੂਨਾ ਲੱਗਾ ਕਿ ਇਹ ਕਹਿੰਦੇ ਸੀ 1200 ਕਰੋੜ ਦੀ ਆਮਦਨ ਕਰਕੇ ਦਿਆਂਗੇ ਅਸੀਂ ਮਾਈਨਿੰਗ ਦੇ ਡਿਪਾਰਟਮੈਂਟ 'ਚ 1200 ਕਰੋੜ ਦੀ ਆਮਦਨ ਕਰਾਂਗੇ। ਫਿਰ 1200 ਕਰੋੜ ਤੋਂ ਠੇਕਾ ਚੱਲ ਗਿਆ ਜੀ 306 ਕਰੋੜ ਦੇ ਉੱਤੇ, 307 ਗਰੁੱਪਾਂ ਨੂੰ ਉਹਨੇ ਦਿੱਤਾ ਵੀ 26 ਕਰੋੜ ਰੁਪਈਆ ਮਹੀਨੇ ਦਾ ਜਮ੍ਹਾਂ ਕਰਾਇਆ ਕਰਨਗੇ। ਹੁਣ ਇਮੀਡੀਏਟ ਜਦੋਂ ਹੀ ਕਰਫਿਊ ਟੁੱਟਾ, ਇਹਨਾਂ ਨੇ ਪਹਿਲੀ ਮੀਟਿੰਗ ਕਰਕੇ ਜਲਦੀ ਬਾਕੀ ਤੇ ਲੜਾਈਆਂ ਪਈਆਂ ਹੋਈਆਂ ਸਾਰੀਆਂ, ਬਾਕੀ ਫਾਈਨੈਂਸ ਦਾ ਕੀ ਬਣ ਰਿਹਾ, ਰੈਵਨਿਊ ਦਾ ਕੀ ਬਣ ਰਿਹਾ, ਐਕਸਾਈਜ਼ ਦਾ ਸਭ ਖੂਚ ਪੈ ਗਿਆ। ਇੱਕੋ ਚਿੰਤਾ ਲੱਗ ਗਈ ਵੀ ਠੇਕੇ ਕਿੱਦਾਂ ਚਲਾਉਣੇ, ਇੱਕੋ ਚਿੰਤਾ ਲੱਗ ਗਈ ਕਿ ਮਾਈਨਿੰਗ ਦਾ ਕੰਮ ਕਿੱਦਾਂ ਚਲਾਉਣਾ ਹੈ, ਕਿਉਂਕਿ ਮਾਈਨਿੰਗ ਜਿਹੜੀ ਹੈ ਉਹ ਸਰਕਾਰੀ ਖੱਡ ਕੋਈ ਪਤਾ ਨਹੀਂ ਮਨਜ਼ੂਰ ਕੋਈ ਹੈਗੀ ਕਿ ਨਹੀਂ ਹੈਗੀ। 12,000 20,000 ਦਾ ਟਰੱਕ ਨਿਕਲ ਰਿਹਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰ ਸਨਪ੍ਰੀਤ ਮੰਗੜ ਦੇ ਕਤਲ ਦੇ ਪਿੱਛੇ ਸਿਆਸੀ ਹੱਥ ਹੋਣ ਵਰਗੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਕਾਂਗਰਸ ਪਾਰਟੀ ਪੱਤਰਕਾਰਾਂ ਤੋਂ ਸੱਚ ਦੁਨੀਆ ਸਾਹਮਣੇ ਲੈ ਕੇ ਆਉਣ ਦਾ ਅਧਿਕਾਰ ਖੋ ਰਹੀ ਹੈ। ਪਿਛਲੇ 2-2.5 ਮਹੀਨਿਆਂ 'ਚ ਸਪੈਸ਼ਲੀ ਜਦੋਂ ਦਾ ਇਹ ਕੋਵਿਡ ਦਾ ਸਮਾਂ, ਕਰੋਨਾ ਵਾਇਰਸ ਦੇ ਸਮੇਂ 'ਚ ਕਿਵੇਂ ਪੰਜਾਬ ਸਰਕਾਰ ਵੱਲੋਂ, ਕਾਂਗਰਸ ਪਾਰਟੀ ਵੱਲੋਂ ਔਰ ਖ਼ਾਸ ਤੌਰ ਤੇ ਕੁਝ ਵਜ਼ੀਰਾਂ ਵੱਲੋਂ ਜੇ ਉਹਨਾਂ ਦੇ ਖਿਲਾਫ ਕੋਈ ਖਬਰ ਲੱਗਦੀ ਹੈ ਤੇ ਇੱਕ ਬੜਾ ਹੀ ਇਹਨਾਂ ਨੇ ਸਿੰਪਲ ਪ੍ਰੋਸੀਜਰ ਅਡਾਪਟ ਕੀਤਾ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਥਾਣੇਦਾਰ ਇਹ ਲਵਾ ਰਹੇ ਆ, ਡੀਐਸਪੀ ਇਹਨਾਂ ਦੇ ਆਖੇ ਲੱਗ ਰਿਹਾ। ਜੇ ਤੁਸੀਂ ਖਬਰ ਲਾਓ, ਪੱਤਰਕਾਰੀ ਦਾ ਕੰਮ ਹੈ, ਡੈਮੋਕ੍ਰੇਸੀ 'ਚ ਲੋਕਤੰਤਰ 'ਚ ਚੌਥਾ ਪਾਵਾ ਲੋਕਤੰਤਰ ਦਾ ਤੁਸੀਂ ਮੰਨੇ ਜਾਂਦੇ ਹੋ। ਔਰ ਜਿਸ ਦਿਨ ਆਜ਼ਾਦ ਪੱਤਰਕਾਰੀ ਨੂੰ, ਇਸ ਸੰਘੀ ਢਾਂਚੇ ਨੂੰ ਜਦ ਕੋਈ ਦਬਾਉਣ ਦੀ ਕੋਸ਼ਿਸ਼ ਕਰੂਗਾ ਤੇ ਸੁਭਾਵਿਕ ਹੈ ਉਹਦੇ ਫਿਰ ਸਿੱਟੇ ਬੜੇ ਖਤਰਨਾਕ ਨਿਕਲਣਗੇ। ਵੇਖੋ ਕੱਲ ਇੱਕ ਮਰਡਰ ਦਾ ਕੇਸ ਸਾਹਮਣੇ ਆਇਆ ਸਨਪ੍ਰੀਤ ਮੰਗਟ ਦਾ। ਉਸ ਬੰਦੇ ਦੀ ਗਲਤੀ ਕੀ ਹੈ ਕਿ ਉਹਨੇ ਜਿਹੜਾ ਮਾਈਨਿੰਗ ਮਾਫੀਆ ਜੋ ਕਾਂਗਰਸ ਦੀ ਸ਼ਹਿ ਤੇ ਚੱਲ ਰਿਹਾ, ਜਿਹਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਖਜ਼ਾਨੇ ਨੂੰ ਹੋ ਰਿਹਾ, ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ, ਜੇ ਉਹਨੇ ਉਹਦੀਆਂ ਖਬਰਾਂ ਲਾਈਆਂ, ਅੱਜ ਉਹਦੇ ਤੇ ਜਾਨਲੇਵਾ ਹਮਲਾ ਧਮਕੀਆਂ ਪਹਿਲਾਂ ਕਈ ਮਿਲੀਆਂ, ਮਗਰ ਕੱਲ ਉਹਨੂੰ ਪਰ 2 ਦਿਨ ਪਹਿਲਾਂ ਉਹਨੂੰ ਮਾਰ ਕੇ ਉਹਦਾ ਕਤਲ ਕਰਤਾ ਗਿਆ। ਔਰ ਪਹਿਲਾਂ ਇਹ ਸ਼ੋਅ ਕੀਤਾ ਗਿਆ ਕਿ ਦਿਸ ਇਜ਼ ਐਕਸੀਡੈਂਟ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਈਕਲੋਨ ਨੇ ਪੱਛਮੀ ਬੰਗਾਲ ਅਤੇ ਉੜੀਸਾ ਦੇ ਵਿੱਚ ਭਾਰੀ ਨੁਕਸਾਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਹਾ ਗਿਆ ਕਿ ਦੋਵੇਂ ਸੂਬਿਆਂ ਦੇ ਮੁੜ ਤੋਂ ਪੈਰਾਂ ਤੇ ਖੜੇ ਹੋਣ ਲਈ ਭਾਰਤ ਸਰਕਾਰ ਪੂਰੀ ਮਦਦ ਕਰੇਗੀ। ਫਿਲਹਾਲ ਦੇ ਲਈ ਪੱਛਮੀ ਬੰਗਾਲ ਨੂੰ 1000 ਕਰੋੜ ਅਤੇ ਉੜੀਸਾ ਨੂੰ 500 ਕਰੋੜ ਦੀ आर्थिक सहायता दी गई है। संपत्ति का भी नुकसान काफ़ी होता है, चाहे एग्रीकल्चर हो, चाहे पावर सेक्टर हो, चाहे टेलीकम्युनिकेशन हो, चाहे घरों का उजड़ जाना हो, अनेक प्रकार का, चाहे वो इंफ्रास्ट्रक्चर का हो, चाहे व्यापार जगत से लोग जुड़े हुए हो, चाहे खेती क्षेत्र से जुड़े हुए, हर किसी को नुकसान होता है। आज मैंने हवाई निरीक्षण करके बारीकी से इस प्रभावग्रस्त विस्तार को मुख्यमंत्री जी के साथ, गवर्नर श्री के साथ दौरा करके उसको देखा है। अभी राज्य सरकार ने और मुख्यमंत्री जी ने विस्तार से मेरे सामने जो भी प्राथमिक आकलन है उसका ब्यौरा दिया है। हमने तय किया है कि हो सके उतना जल्द डिटेल में सर्वे हो, कृषि का हो, पावर सेक्टर का हो, टेलीकम्युनिकेशन का हो, घरों की जो स्थिति है, इंफ्रास्ट्रक्चर की जो स्थिति है, केंद्र सरकार की तरफ से भी तत्काल एक टीम आएगी और वो टीम इन सभी क्षेत्रों में सर्वे करेगी और हम मिल करके
रिहेबिलिटेशन हो, रिस्टोरेशन हो, रिकंस्ट्रक्शन हो, उसकी व्यापक योजना बना करके बंगाल की इस दुख की घड़ी में हम पूरा साथ देंगे, सहयोग देंगे और बंगाल जल्द से जल्द खड़ा हो जाए, बंगाल जल्द से जल्द तेज गति से आगे बढ़े, इसके लिए भारत सरकार कंधे से कंधा मिला करके काम करेगी और जो भी आवश्यकताएं होगी उन आवश्यकताओं को पूर्ण करने के लिए भारत सरकार के जो भी नीति नियम है उसका पूरी तरह उपयोग करते हुए पश्चिम बंगाल की मदद में हम खड़े रहेंगे। ਭਾਰਤ ਸਰਕਾਰ ਦੇ ਇੰਪਾਵਰਡ ਗਰੁੱਪ ਦੇ ਚੇਅਰਮੈਨ ਵੀਕੇ ਪੌਲ ਨੇ ਕਿਹਾ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਵਧਣ ਦੀ ਰਫ਼ਤਾਰ ਨੂੰ ਕੰਟਰੋਲ ਕਰ ਲਿਆ ਗਿਆ। ਇਸ ਦਾ ਗ੍ਰਾਫ ਹੁਣ ਉੱਪਰ ਜਾਣ ਦੀ ਥਾਂ ਇੱਕ ਰਫ਼ਤਾਰ ਹੀ ਅੱਗੇ ਵਧ ਰਿਹਾ ਹੈ। ਪੌਲ ਨੇ ਆਖਿਆ ਕਿ ਪੂਰੇ ਮੁਲਕ ਨੇ ਸਾਥ ਦੇ ਕੇ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਨਿयंत्रण ਵਿੱਚ ਲੈ ਕੇ ਆਂਦਾ ਹੈ। अगर आप देखते हैं कि लगभग 3 अप्रैल तक लॉकडाउन 25 से शुरू हुआ, 3 अप्रैल तक अभी भी केस आने की स्पीड थी वो बढ़ती जा रही थी, लेकिन उसके बाद अब ध्यान से, और वो स्पीड इतनी थी कि 22.6% एक्स्ट्रा केस अगले दिन नए केस हो रहे थे। जब किसी भी तेज चलती हुई गाड़ी को हमें रोकना है तो पहले उसकी स्पीड कम होगी, और ये गाड़ी जो चल रही थी वो स्पीड पे कांस्टेंट पे भी नहीं चल रही थी। अभी 40 किलोमीटर पे है तो कल 60 पे चल रही है, परसों 90 पे चल रही है, अगले 140 पे चल रही है। एक्सेलरेट हो रही थी क्योंकि एक्सपोनेंशियल कर्व है, वायरस का बिहेवियर एक्सपोनेंशियल बिहेवियर है जो हम देखते हैं। तो उसको स्पीड को कम करने के लिए आप देखिए कि 4 अप्रैल के लगभग के बाद में स्पीड में क्लियर एक डिक्रीज आती है, और आप ये भी देखेंगे कि शुरुआत के 15-20 दिन तक इतनी स्टीप डिक्लाइन दिखाई दिया जा रहा है, उसके बाद ये सेटल हो रही है, सेटल हुई है, और हम 5.5 के लगभग जो ग्रोथ परसेंट है उसके ऊपर आ गए, जो कि मान लीजिए पहले 15 था या 18 था या 22 भी रहा था। तो ये दर्शाता है कि जो वायरस की बढ़ने का जो प्रोग्रेशन था उसको देश ने मिलकर रोका, और दिस इज टाइम्ड टू द लॉकडाउन इम्प्लीमेंटेशन। एज यू कैन सी क्लियरली प्री लॉकडाउन सिचुएशन और पोस्ट लॉकडाउन सिचुएशन में बहुत बहुत अंतर है, ये दिखाई दे रहा है। तो सिंपल तरीके से आप देखें तो स्पीड जो वायरस की फैलने की थी उसको अच्छी तरह से रोकने में हम सक्षम हुए हैं। रिजर्व बैंक ऑफ इंडिया के गवर्नर शक्तिकांत दास वालों प्रेस कॉन्फ्रेंस की गई, जिन्हें दस्सिया कि रेपो दर 0.40% घटा के 4% कर दी गई है ਅਤੇ EMI ਨਾ ਤਾਰਨ ਵਾਲੇ ਭਾਰਤੀਆਂ ਤੇ ਅਗਸਤ ਮਹੀਨੇ ਤੱਕ ਬੈਂਕ ਦਬਾਅ ਨਹੀਂ ਪਾ ਸਕਦੇ। ਭਾਰਤ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ RBI ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। After extensive discussions, the MPC voted unanimously for a reduction in policy repo rate and for maintaining the accommodative stance of monetary policy as long as necessary to revive growth and to mitigate the impact of COVID-19 while ensuring that inflation remains within the target. On the quantum of reduction, the MPC voted with a 5:1 majority to reduce the policy repo rate by 40 basis points, 40 basis points from 4.4% to 4%. Consequently, the MSF rate and the bank rate now stand reduced to 4.25%, and reverse repo rate stands reduced to 3.35%. Before I lay out the backdrop, the rational and expected outcomes of the MPC's decisions, I wish to thank the committee members for their valuable contribution during the deliberations. ਫਿਲਹਾਲ ਇੰਡੀਆ ਨਿਊਜ਼ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਬਣੇ ਰਹੋ ਪੰਜਾਬ ਸਟਾਰ ਟੀਵੀ ਦੇ ਨਾਲ।